शुरू कर रहे हैं थोड़ा 23rd न्यूमेरिकल आ 23rd ਦੇ ਅੰਦਰ ਉਹਨੇ ਆਪਾਂ ਨੂੰ ਡਿਫਾਈਨ ਹੈ ਕੀਤਾ ਕਿ a refrigerator has to transfer an average of 506 joule of heat per second from temperature minus 200 degrees Celsius to 25 degrees Celsius। ਜੇ ਇੰਨੀ ਲਾਈਨ ਦਾ ਹੀ ਪਹਿਲਾਂ ਮਤਲਬ ਕੱਢੀਏ ਤੇ ਆਪਾਂ ਨੂੰ ਉਹਨੇ ਵੇਰੀਏਬਲ ਕਿਹੜਾ ਕਿਹੜਾ ਦੱਸਿਆ, ਉਹ ਚੋਂ ਨੇ ਆਪਾਂ ਨੂੰ ਇੰਨੀ ਗੱਲ ਕਹੀ ਆ ਕਹਿੰਦਾ ਜੀ ਟਰਾਂਸਫਾਰਮਰ ਜਿਹੜਾ ਹੈਗਾ ਵਾ ਉਹ ਹੀਟ એનર્ਜੀ ट्रांसफर करदा 506 जूल पर सेकंड, टाइम यानी 1 सेकंड रहेगा। 506 जूल उन्हें हीट कड्डी आ, कित्थों कड्डी आ? ਉਹਦੇ ਲਈ ਉਹਨੇ ਕਿਹਾ ਜੀ ਫਰਮ ਟੈਂਪਰੇਚਰ -200 ਡਿਗਰੀ ਸੈਲਸੀਅਸ। ਇਹ ਕਿਹਦਾ ਟੈਂਪਰੇਚਰ ਆ? ਸਿੰਕ ਦਾ ਕਿਉਂਕਿ ਸਿੰਕ ਦੇ ਆਪਾਂ ਬਾਰ-ਬਾਰ ਕਹਿ ਰਹੇ ਆ ਬੱਚੇ, ਇੱਕ ਚੀਜ਼ ਸਾਰਿਆਂ ਨੂੰ ਦਿਮਾਗ 'ਚ ਰੱਖਿਓ, ਜਦੋਂ ਹੀਟ ਇੰਜਨ ਹੀਟ ਪੰਪ ਦਾ ਕੋਈ ਨਿਊਮੈਰੀਕਲ ਕਰੋਗੇ ਨਾ, ਕੋਸ਼ਿਸ਼ ਇਹ ਕਰੋ ਸਾਈਡ ਦੇ ਉੱਤੇ ਦੀ ਬਲੌਕ ਡਾਇਗਰਾਮ ਜੀ ਬਣਾ ਲਓ, ਤੁਹਾਨੂੰ ਵੇਰੀਏਬਲ ਦੀ ਗਲਤੀ ਨਹੀਂ ਲੱਗੇਗੀ। ਉਹਨੇ ਆਪਾਂ ਨੂੰ ਕਿਹਾ ਕਿ ਵੀ -200 ਡਿਗਰੀ ਸੈਲਸੀਅਸ ਵਾਲੇ ਰੀਜਨ ਦੇ ਵਿੱਚੋਂ ਉਹਨਾਂ ਨੇ ਹੀਟ ਕੱਢੀ ਆ 506 ਜੂਲ। ਤੇ ਆਪਾਂ ਇਹਨੂੰ ਐਸੇ ਇਦਾਂ ਕਹਿੰਦੇ ਸੀਗੇ, ਜਿੰਨੀ ਹੀਟ ਤੁਸੀਂ ਰਿਮੂਵ ਕਰਦੇ ਹੋ, ਠੀਕ ਹੈ, ਇੱਥੇ ਮੇਰਾ ਸਿੰਕ ਹੈਗਾ, T2 ਟੈਂਪਰੇਚਰ ਹੈਗਾ, ਇਹ ਚੋਂ ਜਿਹੜੀ ਹੀਟ ਕੱਢਦੇ ਹੋ Q2 ਆ, ਕੱਢਦੇ ਅਸੀਂ ਵਰਕਿੰਗ ਸਬਸਟੈਂਸ ਦੇ ਥਰੂ ਆ, ਜਿਹਦੇ ਉੱਤੇ ਇਲੈਕਟ੍ਰਿਕ ਮੋਟਰ ਅਸੀਂ ਕਿਹਾ ਸੀ ਜੀ ਵਰਕ ਕਰਦੀ ਆ। ਇਹ ਡਾਇਗਰਾਮ ਤੁਹਾਡੇ ਦਿਮਾਗ 'ਚ ਘੁੰਮਣੀ ਚਾਹੀਦੀ ਆ, ਫਿਰ ਤੁਹਾਡੇ ਕੋਲ ਨਿਊਮੈਰੀਕਲ ਕਰਨਾ ਸੌਖੇ ਆ, ਠੀਕ ਹੈ ਜੀ। ਉਹਨੇ ਕਿਹਾ ਜੀ ਐਸ ਸੱਚ 506 ਜੂਲ ਹੀਟ ਕੱਢੀ, ਆ ਹੀਟ ਕੱਢੀ ਆ, ਇਹ ਮਤਲਬ ਆਪਾਂ ਨੂੰ Q2 ਦੱਸਦਾ ਪਿਆ ਕਿ ਜਿਹੜੀ ਹੀਟ ਤੁਸੀਂ ਐਕਸਟ੍ਰੈਕਟ ਕੀਤੀ ਆ ਉਹ 506 ਜੂਲ ਆ। क्या वेरिएबल समझ आया? यस सर। ਜਿਹੜੇ ਰੀਜਨ ਲੱਗਦੇ ਨੇ ਜਿੱਥੋਂ ਕੱਢੀ ਹੀਟ ਉਹ ਸਿੰਕ ਹੁੰਦਾ ਵਾ, ਸਿੰਕ ਦਾ ਟੈਂਪਰੇਚਰ T2 ਆ, ਤੇ T2 ਇਹਦਾ ਮਤਲਬ ਮੈਨੂੰ ਗਿਵਨ ਆ ਕੁਐਸਚਨ ਦੇ ਅਕੋਰਡਿੰਗਲੀ -200 ਡਿਗਰੀ ਸੈਲਸੀਅਸ। ਨਹੀਂ ਗਲਤ ਹੈ, 200 ਨਹੀਂ ਹੋਣਾ, 20 ਬਣੂਗਾ, ਮੈਨੂੰ ਦੇਖ ਲੈਂਦੇ। हाँ ठीक है, क्योंकि यार -20 है बेटा, 200 ਜਿਹੜਾ ਉਸ ਡਿਗਰੀ ਵਾਲਾ ਜ਼ੀਰੋ ਥੱਲੇ ਲੱਗਿਆ ਹੋਇਆ, -20 ਡਿਗਰੀ ਸੈਲਸੀਅਸ ਵਾਲੇ ਏਰੀਆ ਦੇ ਵਿੱਚੋਂ ਅਸੀਂ ਹੀਟ ਕੱਢਣੀ ਆ, ਠੀਕ ਹੈ। ਔਰ ਇਹਨੂੰ ਥਰੋ ਕੀਤਾ ਕਿੱਥੇ? ਉਹ ਚੋਂ ਨੇ ਕਿਹਾ ਜੀ ਉਸ ਰੀਜਨ ਦਾ ਟੈਂਪਰੇਚਰ 25 ਆ। ਇਹਦਾ ਮਤਲਬ ਅਸੀਂ ਜਿੰਨੀ ਹੀਟ ਕੱਢਦੇ ਸਾਰੀ ਸੋਰਸ ਨੂੰ ਸੁੱਟਦੇ ਹਾਂ, ਠੀਕ ਹੈ, ਤੇ ਸੋਰਸ ਦਾ ਟੈਂਪਰੇਚਰ T1 ਹੁੰਦਾ ਜਿਹੜਾ ਕਿ +25 ਡਿਗਰੀ ਸੈਲਸੀਅਸ ਆ। क्या 3 ਦੇ 3 ਵੇਰੀਏਬਲ ਕਲੀਅਰ? यस सर। यस सर। टाइम क्वेश्चन जो ने डिफाइन कर दिता कि 1 सेकंड। उस तो बाद उन्हें अपन जो कैलकुलेट करनु किया ਉਹ ਚ ਬੇਟਾ ਉਹਨੇ ਇਹ ਕਿਹਾ ਵਾ ਜਿੱਦਾਂ ਆ ਜਿਹੜੀ ਆਪਾਂ ਨੂੰ 506 ਜੂਲ એનર્ਜੀ ਪਰ ਸੈਕਿੰਡ ਕਹੀ ਹੈ ਨਾ, ਤੇ ਇੱਕ ਤਰ੍ਹਾਂ ਇਹ ਪੁੱਤ ਮੇਰੀ ਟਰਮ ਜਿਹੜੀ ਹੋਏਗੀ ਇਹਨੂੰ ਅਸੀਂ ਪਾਵਰ ਵੀ ਡਿਫਾਈਨ ਕਰਦੇ ਹਾਂ ਕਿ ਵੀ ਅਸੀਂ ਇੰਨੀ એનર્ਜੀ ਪਰ ਸੈਕਿੰਡ ਕੱਢਦੇ ਪਏ ਆ, ਜਿਹੜੀ ਅਸੀਂ ਪਾਵਰ ਕਿੰਨੀ ਐਕਸਟ੍ਰੈਕਟ ਕਰਦੇ ਹੋ ਦੱਸੀ ਆ। ਤੇ ਉਹਨੇ ਲਾਸਟ ਜਾ ਕੇ ਕੀ ਵਰਡ ਬੋਲਿਆ, ਉਹਨੇ ਆਪਾਂ ਨੂੰ ਕਿਹਾ ਜੀ ਕੈਲਕੂਲੇਟ ਦਾ ਐਵਰੇਜ ਪਾਵਰ ਕੰਜ਼ਿਊਮਡ ਅਸਿਊਮਿੰਗ ਨੋ એનર્ਜੀ ਲਾਸ। એનર્ਜੀ ਲਾਸ ਅਸੀਂ ਗਿਣਦੇ ਨਹੀਂ ਪਏ, ਉਹ ਕਹਿੰਦਾ ਜੀ ਐਵਰੇਜ ਪਾਵਰ ਕਿੰਨੀ ਕੰਜ਼ਿਊਮ ਹੋਈ ਹੈ। ਤੇ ਪੁੱਤ ਐਵਰੇਜ ਪਾਵਰ ਕੰਜ਼ਿਊਮ ਕਿਹਨੂੰ ਕਹਾਂ? ਪਾਵਰ ਫਿਰ ਉਹੀ ਵਰਡ ਆ, ਪਾਵਰ ਫਿਰ ਉਹੀ ਵਰਡ ਆ ਮੇਰੇ ਕੋਲ, ਵਰਕ ਬਾਈ ਟਾਈਮ, ਠੀਕ ਹੈ। ਤੇ ਟਾਈਮ ਦੀ ਵੈਲਿਊ ਕੁਐਸਚਨ ਚੋਂ 1 ਸੈਕਿੰਡ ਆ, ਇਹਦਾ ਮਤਲਬ ਪਾਵਰ ਤੇ ਵਰਕ ਮੇਰੇ ਆਪਸ ਵਿੱਚ ਇਕੁਅਲ ਹੋ ਜੂਗੇ। यस सर। ਇਹਦਾ ਮਤਲਬ ਜਿਹੜੀ ਮੈਂ ਪਾਵਰ ਕੱਢਣੀ ਆ, बोर्ड क्या क्लियर दिखता सारे नु? नो सर। नो सर। नो सर। ना तो सीगा अब पता नहीं किहदी आवाज फसी। आवाज क्लियर आ रही है? यस सर। यस सर। पर वीडियो नहीं क्लियर सर, हुन क्लियर के हजे भी नहीं? ब्लर आ। नो सर। एक सेकंड, हाँ जी हुन? नो सर। नो सर। नो सर। शाम ਨੂੰ ਸਰ ਪ੍ਰੋਬਲਮ ਆਂਦੀ, ਸਵੇਰੇ ਠੀਕ ਰਹਿੰਦਾ ਵਾ। ਆਓ ਫਿਰ ਸਵੇਰੇ ਜਿਹੜਾ ਵੇਰੀਏਬਲ ਤੁਸੀਂ ਕੈਲਕੂਲੇਟ ਕਰਨਾ, ਉਹਨੇ ਕਿਹਾ ਜੀ ਇਸ ਸਾਰੇ ਪ੍ਰੋਸੈਸ ਦੇ ਅੰਦਰ ਹੀਟ ਟ੍ਰਾਂਸਫਰ ਕਰਨ ਵਾਸਤੇ ਅਸੀਂ ਵਰਕ ਕਿੰਨਾ ਕੀਤਾ, ਤੇ ਵਰਕ ਪੁੱਤ Q1 - Q2 ਆ।
ਟਾਈਮ ਨੋ ਡਾਊਟ ਫਿਰ ਉਹੀ ਬੋਲਦਾ ਪਿਆ ਕਿਉਂਕਿ ਇਸ ਵਰਕ ਨੂੰ ਟਾਈਮ 1 ਸੈਕਿੰਡ ਨਾਲ ਡਿਵਾਈਡ ਕਰਦੇ ਪਏ ਤੇ ਐਸ ਸੱਚ ਪਾਵਰ ਤੇ ਵਰਕ ਮੇਰੇ ਇਕੁਇਵਲੈਂਟ ਰਹਿਣੇ ਆ। ਸੋ ਜਿਹੜਾ ਵੇਰੀਏਬਲ ਅਸੀਂ ਕੁਐਸਚਨ ਚ ਫਾਈਂਡ ਆਊਟ ਕਰਨਾ ਉਹ ਪਾਵਰ ਆ, ਪਰ ਪਾਵਰ ਤੇ ਵਰਕ ਸੇਮ ਆ। ਇਹ ਮਤਲਬ ਤੁਸੀਂ ਮੇਨ ਕੁਐਸਚਨ ਦੇ ਅੰਦਰ ਵਰਕ ਕੈਲਕੂਲੇਟ ਕਰਦੇ, ਇਹਦਾ ਮਤਲਬ ਜਿਹੜਾ ਅਨਨੋਨ ਵੇਰੀਏਬਲ ਆ ਉਹ ਵਰਕ ਬਣੇਗਾ। ਕੀ ਕਲੀਅਰ ਇੰਨੀ ਗੱਲ? Yes, sir. ਤੇ ਵਰਕ ਨੂੰ ਕੈਲਕੂਲੇਟ ਕਰਨ ਵਾਸਤੇ ਆਪਣੇ ਕੋਲ ਐਸ ਐਚ ਆਹੀ ਫੇਰ ਡਿਫਾਈਨ ਕਰਿਆ, ਵਰਕ ਆਪਣਾ Q1 Q2 ਆ ਤੇ ਇੱਕ ਵੇਰੀਏਬਲ ਸਿਰਫ ਆਪਾਂ ਨੂੰ ਹੋਰ ਚਾਹੀਦਾ Q1। ਆਪਣੇ ਕੋਲ Q2 T2 T1 ਤਿੰਨੇ ਹੈਗੇ ਆ, ਕਿ ਕਿਆ Q1 ਕਰ ਸਕਦੇ ਆਪਾਂ? Yes, sir. ਲਗਾ ਦਿਓ ਫਾਰਮੂਲਾ। ਹੇਅਰ ਆਪਣੇ ਕੋਲ ਰੇਸ਼ੋ ਆ ਜਾਂਦੀ Q2/Q1 equal to T2/T1 ਤੇ ਜੇ Q1 ਕੱਢਣਾ ਤੇ Q1 ਦਾ ਫਾਰਮੂਲਾ ਆ ਗਿਆ Q2 T1 over T2। आई बन गया जी? हाँ ठीक है। आ जिन्नी वैल्यू आ गई इसमें इत्थे लेके सब्स्टिट्यूट कर दो ते देयरफॉर अपने कोल वर्क दा फार्मूला फाइनली आ जाएगा Q2 T1 over T2 minus Q2, यानी Q2 कॉमन काट दिया ते T1/T2 minus 1। अब तो फाइनल फार्मूला होएगा इच कैलकुलेशन जेडी अपनी पुट अप कर लो, ठीक है ना। Q2 भी गिवन है, बोर्ड क्लियर दिखदा पिया? Yes, No, sir. sir. No, sir. Yes, sir. Yes, No. sir. Yes, sir. Yes, sir. ਹੁਣ ਸਾਰੇ ਰੋਗ ਮੇਰੇ ਵਾਲੇ ਪਾਸੇ ਤਾਂ ਨਹੀਂ ਨਾ ਹੋ ਸਕਦੇ, ਬਾਕੀਆਂ ਵੱਲ ਵੀ ਹੋ ਸਕਦੇ ਆ। ਬਾਕੀਆਂ ਦਾ ਵੀ ਮੋਬਾਈਲ ਡਾਟਾ ਹੋ ਸਕਦਾ ਮੁੱਕਿਆ ਹੋਵੇ। Sir, clear on. ਹਾਂ ਚਲੋ ਪੁੱਤ ਕੋਸ਼ਿਸ਼ ਕਰੋ ਆਪਾਂ ਕੰਪਲੀਟ ਕਰਦੇ ਆ। ਓਕੇ ਜਿਹਦਾ ਕੋਈ ਪ੍ਰੋਬਲਮ ਹੈਗੀ ਆ ਇੱਕ ਵਾਰੀ ਬਾਅਦ ਦੇ ਵਿੱਚੋਂ ਆਪਣਾ ਵੀਡੀਓ ਲੈਕਚਰ ਦੇਖ ਲਿਓ, ਜੇ ਪ੍ਰੋਬਲਮ ਸਟੈਂਡ ਕਰਦੀ ਮੈਨੂੰ ਦੱਸ। Yes, sir. ਠੀਕ ਹੈ ਪੁੱਤ। ਸੋ ਇਹਦੇ ਵਿੱਚ ਆਪਣੇ ਕੋਲ ਐਸਾ ਚ ਆਪਾਂ ਲੈ ਕੇ ਚੱਲੀਏ ਤੇ ਆਪਣੇ ਕੋਲ Q2 T1 T2 ਤਿੰਨੇ ਗਿਵਨ ਆ। ਸਿਰਫ ਇਹ ਕਰ ਲਿਓ ਕਿ ਟੈਂਪਰੇਚਰ ਸੈਲਸੀਅਸ ਆ ਉਹਨੂੰ ਆਪਾਂ ਕੈਲਵਿਨ ਚ ਚੇਂਜ ਕਰਨਾ, ਹੋ ਜਾਏਗਾ। Yes, Yes, sir. sir. Yes, sir. चल नेक्स्ट न्यूमेरिकल 24 जल्दी देख कर स्टेटमेंट पढ़ लो। 24 पढ़ लिया? चलो स्टेटमेंट शुरू कर रहे हैं। क्वेश्चन है गिवन है हाउ मेनी किलोग्राम ऑफ वाटर एट 0 डिग्री सेल्सियस, how many kilogram of water at 0 degree Celsius can a freezer with coefficient of performance 5 make into ice। यानी क्वेश्चन की स्टेटमेंट है बनी how many kilogram of water at 0 degree Celsius can make into ice। ठीक है, यानी वाटर 0 डिग्री सेल्सियस ते अवेलेबल आ, ਉਹਦੀ ਕੁਆਂਟੀਟੀ ਆਫ ਵਾਟਰ ਕੱਢਣਾ। ਯਾਨੀ ਤੁਸੀਂ ਕੁਐਸਚਨ ਦੇ ਅੰਦਰ ਮਾਸ ਆਫ ਵਾਟਰ ਫਾਈਂਡ ਆਊਟ ਕਰਨਾ ਵਾ ਜਿਹੜਾ ਅਸੀਂ ਐਸਐਚ 0 ਡਿਗਰੀ ਸੈਲਸੀਅਸ ਤੇ ਫਰੀਜ਼ ਕਰ ਸਕੀਏ। ਠੀਕ ਹੈ, ਔਰ ਜਿਹੜਾ ਰੈਫ੍ਰਿਜਰੇਟਰ ਯੂਜ਼ ਕਰਦੇ ਪਏ ਉਹਦੀ ਕੋਐਫੀਸ਼ੀਐਂਟ ਆਫ ਪਰਫਾਰਮੈਂਸ ਮੀਨ ਉਹਦਾ ਬੀਟਾ ਵੇਰੀਏਬਲ ਗਿਵਨ ਆ। ਠੀਕ ਹੈ, ਉਹਦੀ ਵੈਲਿਊ 5 ਗਿਵਨ ਆ। ठीक है, आइस क्यूब एट 0 डिग्री। और पुत क्वेश्चन दे अंदर वाटर भी 0 डिग्री ते आ, आइस भी 0 डिग्री ते आ। ਇਹਦਾ ਮਤਲਬ ਜਿੰਨੀ ਹੀਟ એનર્ਜੀ ਦਾ ਕਨਸੈਪਟ ਆਏਗਾ ਉਹ ਸਟੇਟ ਨੂੰ ਚੇਂਜ ਕਰਨ ਵਾਸਤੇ ਆਏਗਾ। ਟੈਂਪਰੇਚਰ ਦੀ ਚੇਂਜ ਕੁਐਸਚਨ ਚ ਕੋਈ ਨਹੀਂ ਹੋ ਰਹੀ। ਕੀ ਆ ਗੱਲ ਸਮਝ ਲੱਗੀ? Yes, sir. Yes, sir. ਪਰ ਉਹਨੇ ਕਿਹਾ ਤੁਹਾਡੇ ਕੋਲ ਜਿਹੜੀ ਲੇਟੈਂਟ ਹੀਟ ਆ ਉਹ ਐਸਐਚ ਮੇਰੇ ਕੋਲ 336 × 10 ਰੇਜ਼ ਟੂ ਪਾਵਰ 3 ਜਾਊਲ ਪਰ ਕਿਲੋਗ੍ਰਾਮ ਗਿਵਨ ਆ। ਜਿਹੜੀ ਵੇਰੀਏਬਲ ਕੀ ਗਿਵਨ ਆ क्वेश्चन जो ने किया वा सॉरी चलो मैं वैल्यू थल्लियों पढ़ गया, अदरवाइज ऊपर 3.6 मेगा जाउल सेम वर्ड है बेटा। ठीक है, आपा जो उत्तो लेके चलिए एक लाइन आपा इंटरमिक्स कर गए विद ए वर्क इनपुट है बेटा। मैं स्टेटमेंट एक बार दोबारा बोल रहा हूं। क्वेश्चन जो ने क्या हाउ मेनी किलोग्राम ऑफ वाटर यानी मास ऑफ वाटर काट दो कितना मास ऑफ वाटर 0 डिग्री सेल्सियस ते हैगा ਜਿਹਨੂੰ 0 ਡਿਗਰੀ ਸੈਲਸੀਅਸ ਆਈਸ ਦੇ ਵਿੱਚ ਕਨਵਰਟ ਕਰਨਾ ਵਾ ਤੇ ਨਾਲ ਕੰਡੀਸ਼ਨ ਗਿਵਨ ਆ ਕਿ ਵੀ ਵਰਕ ਇਨਪੁਟ ਜਿਹੜਾ ਵਾ ਇਨਪੁਟ ਵਰਕ ਡਨ ਜਿਹੜਾ ਉਹਦੇ ਉੱਤੇ ਪਰਫਾਰਮ ਕਰਾਂਗੇ ਉਹ ਮੇਰੇ ਕੋਲ ਐਸੇ 3.6 ਮੈਗਾ ਜਾਊਲ ਆ। ਯਾਨੀ ਆਪਣੇ ਕੋਲ ਵਰਕ ਦੀ ਵੈਲਿਊ ਗਿਵਨ ਆ 3.6 ਮੈਗਾ ਜਾਊਲ ਤੇ 1 ਮੈਗਾ ਕਿੰਨਾ ਹੋ ਗਿਆ
10 raised to power 6. 10 raised to power 6. यानी अपने को वैल्यू आ गई बेटा 3.6 into 10 raised to power 6 जाओ ਤੇ ਬੱਚੇ ਮੈਨੂੰ ਨੇ ਐਸਾ ਚ ਮਾਸ ਆਫ ਵਾਟਰ ਕੱਢਣ ਨੂੰ ਕਿਹਾ ਔਰ ਇਸ ਵੇਲੇ ਇੱਕ ਚੀਜ਼ ਦਿਮਾਗ ਚ ਆਣੀ ਜ਼ਰੂਰੀ ਆ ਤੁਸੀਂ ਰੈਫਰੀਜਰੇਟਰ ਦੇ ਵਿੱਚੋਂ ਜਿਹੜੀ ਇਸ ਵੇਲੇ ਹੀਟ ਕੱਢਦੇ ਪਏ ਹੋ ਹਨਾ ਆ ਸਿੰਕ ਵਾਲੇ ਪੋਰਸ਼ਨ ਦੇ ਵਿੱਚੋਂ ਜੇ ਤੁਸੀਂ ਹੀਟ ਕੱਢਦੇ ਪਏ ਇਹ ਚ ਮੈਂ ਪਾਣੀ ਦੀ ਟਰੇ ਰੱਖੀ ਆ 0 ਡਿਗਰੀ ਸੈਲਸੀਅਸ ਤੇ ਇਹਦੇ ਵਿੱਚੋਂ ਜਦੋਂ ਮੈਂ Q2 ਹੀਟ ਕੱਢ ਲਵਾਂਗਾ ਤੇ ਉਹ 0 ਡਿਗਰੀ ਸੈਲਸੀਅਸ ਵਾਟਰ ਜਿਹੜਾ ਉਹ 0 ਡਿਗਰੀ ਸੈਲਸੀਅਸ ਆਈਸ ਚ ਕਨਵਰਟ ਹੋ ਜੂ Yes, sir. ਫਿਰ ਦੁਬਾਰਾ ਦੱਸਿਓ। ਜ਼ਰੂਰ ਪੁੱਤ ਆਪਾਂ ਇਹ ਕਿਹਾ ਨਾ ਆਪਾਂ ਮੰਨ ਲਓ ਫ੍ਰਿਜ ਦੇ ਵਿੱਚ ਬਰਫ਼ ਜਮਾਣੀ ਹੈ ਬੇਟਾ ਤੁਸੀਂ ਜਿਹੜਾ ਪਾਣੀ ਰੱਖਿਆ ਉਹਦੇ ਅੰਦਰ ਉਹ 0 ਡਿਗਰੀ ਸੈਲਸੀਅਸ ਤੇ ਵਾਟਰ ਰੱਖ ਦਿੱਤਾ ਮੈਂ ਹਾਂ ਜੇ ਮੈਨੂੰ ਇਹ ਕਿਹਾ ਜਾਵੇ ਕਿ ਵਾਟਰ ਮੇਰਾ ਐਸਐਚ 10 ਡਿਗਰੀ ਸੈਲਸੀਅਸ ਤੇ ਅਵੇਲੇਬਲ ਆ 20 ਤੇ ਅਵੇਲੇਬਲ ਆ ਇੱਕ ਸੈਕਿੰਡ ਜਿਹੜਾ ਮੈਨੂੰ ਐਸਐਚ ਉਹਦੇ ਚੋਂ ਨਹੀਂ ਕਿਹਾ ਨਾ ਬੇਟਾ ਇਹ ਅੱਗੇ ਮੈਂ ਇੱਕ ਦੋ ਕੁਐਸਚਨ ਲਿਖਾਵਾਂਗਾ ਉਹਦੇ ਚੀਜ਼ ਦਾ ਧਿਆਨ ਰੱਖਿਓ ਮਤਲਬ ਵਾਟਰ ਜਿਹੜਾ ਗਿਵਨ ਆ ਉਹ ਕਿਹੜੇ ਟੈਂਪਰੇਚਰ ਤੇ ਰੂਮ ਟੈਂਪਰੇਚਰ ਤੇ ਜਾਂ ਕਿਹੜੇ ਤੇ ਆ ਇਸ ਵੇਲੇ ਉਹਨੇ ਕੁਐਸਚਨ 'ਚ ਕਿਹਾ ਕਿ ਤੁਹਾਡੇ ਕੋਲ ਜਿਹੜਾ ਸਿੰਕ ਦੇ ਅੰਦਰ ਤੁਸੀਂ ਵਾਟਰ ਰੱਖਿਆ ਉਹ 0 ਡਿਗਰੀ ਸੈਲਸੀਅਸ ਤੇ ਆ ਤੇ 0 ਡਿਗਰੀ ਸੈਲਸੀਅਸ ਤੇ ਵਾਟਰ ਜਿਹੜਾ ਵਾ ਉਹ ਆਈਸ 'ਚ ਕਨਵਰਟ ਹੋਣਾ ਔਰ ਆਈਸ ਦਾ ਟੈਂਪਰੇਚਰ ਵੀ 0 ਡਿਗਰੀ ਸੈਲਸੀਅਸ ਇੰਨੀ ਗੱਲ ਸਮਝ ਲੱਗੀ ਹੀਆ ਯੈਸ ਸਰ। ਤੇ ਬੇਟਾ ਇਸ ਪ੍ਰੋਸੈਸ ਦੇ ਵਿੱਚ ਕੀ ਹੋਏਗਾ ਵਾਟਰ ਦੇ ਵਿੱਚੋਂ ਹੀਟ ਕੱਢ ਕੇ ਹਨਾ ਵਾਟਰ ਦੇ ਵਿੱਚੋਂ ਅਸੀਂ ਹੀਟ ਐਕਸਟ੍ਰੈਕਟ ਕਰਾਂਗੇ ਤਾਂ ਕਿ ਉਹਦੀ ਸਟੇਟ ਚੇਂਜ ਹੋ ਸਕੇ ਟੈਂਪਰੇਚਰ ਨਹੀਂ ਚੇਂਜ ਹੋਣਾ 0 ਡਿਗਰੀ ਸੈਲਸੀਅਸ ਵਾਟਰ ਨੇ 0 ਡਿਗਰੀ ਸੈਲਸੀਅਸ ਆਈਸ ਚ ਕਨਵਰਟ ਹੋਣਾ ਤੇ ਇਸ ਪ੍ਰੋਸੈਸ ਦੇ ਅੰਦਰ ਉਹਦੇ ਚ ਕੋਈ ਹੀਟ ਜਿਹੜੀ ਆ ਉਹ ਸਟੇਟ ਨੂੰ ਚੇਂਜ ਕਰਨ ਚ ਲੱਗੇਗੀ ਟੈਂਪਰੇਚਰ ਦੀ ਚੇਂਜ ਕੋਈ ਨਹੀਂ ਇਸ ਲਾਈਨ ਦਾ ਮਤਲਬ ਕਿੱਥੇ ਜੁੜਦਾ ਜਾ ਕੇ ਆਪਾਂ ਪੁੱਤ Q ਦੇ ਦੋ ਫਾਰਮੂਲੇ ਪੜ੍ਹਦੇ ਹਾਂ ਹੀਟ ਦੇ ਇੱਕ ਹੀਟ એનર્ਜੀ ਦਾ ਫਾਰਮੂਲਾ ms ਡੈਲਟਾ T ਦੀ ਫਾਰਮ ਚ ਔਰ ਇੱਕ ਹੀਟ એનર્ਜੀ ਦਾ ਫਾਰਮੂਲਾ m into l ਦੀ ਫਾਰਮ ਚ ਆ ਉਦੋਂ ਜਦੋਂ ਸਬਸਟੈਂਸ ਦਾ ਟੈਂਪਰੇਚਰ ਚੇਂਜ ਦਾ ਕਨਸੈਪਟ ਆ ਉਦੋਂ ਜਦੋਂ ਸਬਸਟੈਂਸ ਦੀ ਸਟੇਟ ਤੇ ਆਪਣੇ ਕੁਐਸਚਨ ਚ ਕੀ ਹੋ ਰਿਹਾ ਸਟੇਟ ਚੇਂਜ ਇਹਦਾ ਮਤਲਬ ਇਹ ਹੋ ਗਿਆ ਆ Q2 ਜਿਹੜਾ ਮੇਰਾ ਹੈਗਾ ਵਾ ਇਹ SH ml ਦੇ ਬਰਾਬਰ ਹੀਟ ਲਊਗਾ ਯੈਸ ਸਰ। Yes, sir. ਹੈ ਨਾ ਕਿਉਂਕਿ ਆਪਾਂ ਜਿਹੜੇ ਆਪਾਂ ਸਿੰਕ ਵਾਲੇ ਰੀਜਨ ਚੋਂ ਯਾਨੀ ਜਿਹੜਾ ਆਪਾਂ ਬਰਫ਼ ਉਹਦੇ ਪਾਣੀ ਰੱਖਿਆ ਠੰਡਾ ਜਿਹੜਾ ਜ਼ੀਰੋ ਵਾਲਾ ਉਹਨੂੰ ਅਸੀਂ ਆਈਸ ਚ ਕਨਵਰਟ ਕਰਾਣਾ ਤੇ ਆਈਸ ਚ ਕਨਵਰਟ ਕਰਨ ਲੱਗੇ ਉਹ ਚੋਂ Q2 ਹੀਟ ਨਿਕਲੀ ਆ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਮੈਂ m ਕੱਢਣਾ m ਜਿਹੜਾ Q2 ਵਾਲੇ ਫਾਰਮੂਲੇ ਚ ਆਣਾ ਯਾਨੀ ਇੱਥੋਂ ਜੇ ਲੈ ਕੇ ਚੱਲਾਂ ਤੇ ਕੰਡੀਸ਼ਨ ਇਹ ਹੋਏਗੀ we know that Q2 equal to ml ਠੀਕ ਹੈ ਔਰ ਜਿਹੜਾ ਮੈਨੂੰ ਰੈਫਰੀਜਰੇਟਰ ਗਿਵਨ ਆ ਉਹਦਾ ਬੀਟਾ ਗਿਵਨ ਆ ਉਹਦਾ ਮੈਨੂੰ ਬੀਟਾ ਦੀ ਵੈਲਿਊ ਗਿਵਨ ਆ ਕਿ ਉਹਦੀ ਕੋਐਫੀਸ਼ੀਐਂਟ ਆਫ ਪਰਫਾਰਮੈਂਸ ਦੀ ਵੈਲਿਊ 5 ਆ ਬੀਟਾ ਕਾਦੇ ਬਰਾਬਰ ਹੁੰਦਾ ਬੀਟਾ ਦਾ ਫਾਰਮੂਲਾ ਬੋਲੇਗਾ ਕੋਈ Q2 upon W. work input ਆਊਟਪੁੱਟ ਵਰਕ ਬਾਈ ਇਨਪੁਟ ਹੈ ਨਾ ਤੇ ਆਊਟਪੁੱਟ ਵਰਕ ਮੇਰਾ Q2 ਆ ਇਨਪੁਟ ਵਰਕ ਮੇਰਾ W ਆ ਇਹਦਾ ਮਤਲਬ ਇੱਕ ਪਾਸੇ Q2 ਇਹਦੇ ਬਰਾਬਰ ਆ ਤੇ ਜੇ ਮੈਂ ਇਹ ਚੋਂ m ਕਢਾਣਾ ਵਾ ਤੇ m ਦਾ ਫਾਰਮੂਲਾ ਇਥੋਂ ਬਣ ਗਿਆ Q2 h l ਮੇਰੇ ਕੋਲ ਹੈਗਾ Q2 ਮੈਨੂੰ ਲੱਭਣਾ ਪੈਣਾ Q2 ਵਾਸਤੇ ਮੇਰੇ ਕੋਲ ਬੀਟਾ ਹੈਗਾ ਨਾਲ ਮੇਰੇ ਕੋਲ ਵਰਕ ਹੈਗਾ ਇਹਦਾ ਮਤਲਬ ਜੇ ਮੈਂ ਆਹ ਸੈਕਿੰਡ ਕਨਸੈਪਟ ਸੋਚ ਲਵਾਂ ਕਿ ਆਲਸੋ ਬੀਟਾ ਇਕੁਅਲ ਟੂ Q2 w ਤੇ ਇਤੋਂ ਪੁੱਤ ਮੇਰੇ ਕੋਲ ਜਿਹੜਾ Q2 ਦੀ ਵੈਲਿਊ ਬਣ ਜਾਣੀ ਆ Q2 ਮੇਰਾ W ਟਾਈਮ ਬੀਟਾ ਆ ਜਾਏਗਾ ਆ ਵੈਲਿਊ ਉੱਥੇ ਲੈ ਕੇ ਆਪਾਂ ਪੁੱਟ ਅਪ ਕਰ ਦਈਏ ਤੇ ਆਪਣਾ m ਕੈਲਕੂਲੇਟ ਹੋ ਜਾਊ ਯੈਸ ਸਰ। क्या क्लियर है सारे नु यस सर। Yes, sir. चल जल्दी जल्दी फिफ्थ न्यूमेरिकल ਇਹਦੇ 5th ਦੇ 25th ਦੇ ਅੰਦਰ ਵੀ ਧਿਆਨ ਨਾ ਕਰਨ ਵਾਲੀ ਸਟੇਟਮੈਂਟ ਹੀ ਆ ਪੜੋ ਫਿਰ ਗੱਲ ਸ਼ੁਰੂ ਕਰਾਂ ਉਹਦੀ ਜਲਦੀ
पढ़ लिया, करा शुरू। Yes, sir. चलो क्वेश्चन दे Yes, विच टेबल sir. ध्यान नाल समझण वाले तुहाडे उन्हें अपने क्वेश्चन च क्या वा, अ रेफ्रिजरेटर इज ड्रिवन बाय 1000 वॉट इलेक्ट्रिक मोटर। ठीक है, वही ब्लॉक डायग्राम दिमाग च फेर लैके आओ। ठीक है, उन्हें अपन कहा कि भी ऐसा तुहाडे कोल जिहड़ा तुहाडा रेफ्रिजरेटर आ सारा सिस्टम है ना, ये आपां एक मोटर दे नाल अटैच कीता, मोटर दी पावर 1000 वॉट आ। उन्हें कहा जी इट हैविंग एन एफिशिएंसी ऑफ 60%, यानी मोटर मेरी 100% एफिशिएंट नहीं हैगी। मीन इन्हें इलैक्ट्रिकल एनर्जी जिहड़ी लैनी आ वो तो 1000 वॉट लैनी आ, यानी 1000 जूल पर सेकंड। पर जिहड़ी अगे काम च उन्हें लानी आ, ठीक है जी, उहदे चों 40% वेस्टेज आ। 60% मोटर दी एफिशिएंसी है, यानी 1000 दे विचों 1000 दे विचों 600 वॉट आप 1000 का 60% देखिए तो 600 बन जाना। ਇਹਦਾ मतलब 600 जूल एनर्जी पर सेकंड मेरे काम आ रही है ते 400 जूल पर सेकंड मेरी एनर्जी वेस्ट हो रही है। गल समझ लगी? Yes, sir. बेटे टर्म ध्यान नाल समझियो, जिथे डाउट होया एक बार दस दियो बेटा। रेफ्रिजरेटर इज कंसिडर्ड एज एन रिवर्सिबल हीट इंजन ऑपरेटिंग बिटवीन 273 एंड 303 केल्विन। ये बहुत सिंपल एक लाइन उन्हें कही है कि रेफ्रिजरेटर का प्रिंसीपल जिहड़ा वा वो हीट इंजन तो रिवर्स आ। ठीक है जी, असी उन्होंने हीट इंजन च कहने हीट एनर्जी मैकेनिकल च बदलनी आ, इत्थे हीट पंप की हेल्प नाल असी हीट एनर्जी कढनी आ। मोटर मैकेनिकल एनर्जी लगा के हीट एनर्जी कढदा वा, इहदा मतलब है हीट इंजन दा रिवर्स आ। गल समझ आई इस लाइन दी? बेटा आवाज आ रही? सर दोबारा तो बोलियो। Yes, sir. लटे मैनू ने क्या पुत कि भी जेड़ा तुसी एस सच वो कहंदा क्वेश्चन दे अंदर उन्हें लाइन ये लिख दी रेफ्रिजरेटर इज कंसिडर्ड एज रिवर्सिबल हीट इंजन। मैं ਇਹਦਾ मतलब ਦੱਸਦਾ ਪਿਆ, ਆਪਣੇ ਆਪ ਚ ਅਸੀਂ ਹੀਟ ਇੰਜਨ ਤੇ ਰੈਫ੍ਰਿਜਰੇਟਰ ਨੂੰ ਕੰਪੇਅਰ ਕਰੀ। ਹੀਟ ਇੰਜਨ ਦੇ ਅੰਦਰ ਹੀਟ એનર્ਜੀ ਮਕੈਨੀਕਲ ਚ ਕਨਵਰਟ ਹੁੰਦੀ ਆ, ਇਦਾਂ ਹੀ ਹੁੰਦਾ ਜੀ। Yes, sir. ਇਸ ਮੂਮੈਂਟ ਤੇ ਜੇ ਇੱਥੇ ਲਈਏ ਪੁੱਤ, ਇੱਥੇ ਤੁਸੀਂ ਮੋਟਰ ਦੀ ਹੈਲਪ ਨਾਲ ਮਕੈਨੀਕਲ એનર્ਜੀ ਦਿੰਦੇ ਪਏ ਹੋ। ठीक है ना, मैकेनिकल एनर्जी दिंदे पे ते आ Q2 दे बराबर हीट एनर्जी ਅਸੀਂ ਕੱਢਦੇ ਪਏ ਆ। ਇਹਦਾ ਮਤਲਬ ਇੱਥੇ ਫਿਰ ਜਿਹੜਾ ਕੰਮ ਹੁੰਦਾ ਪਿਆ ਇਹ ਹੀਟ ਇੰਜਨ ਤੋਂ ਰਿਵਰਸ ਹੁੰਦਾ ਪਿਆ। Yes, sir. ਸਿਰਫ ਇਹ ਇਸ ਲਾਈਨ ਦਾ ਮਤਲਬ ਆ, ਅਦਰਵਾਈਜ਼ ਆਪਾਂ ਨੂੰ ਇਸ ਲਾਈਨ ਨੂੰ ਨਾ ਵੀ ਲਿਖਿਆ ਹੋਵੇ ਕੁਐਸਚਨ ਤੇ ਕੋਈ ਲੋੜ ਨਹੀਂ ਪੈਣੀ। ਠੀਕ ਹੈ, ਔਰ ਜਿਹੜਾ ਆਪਣੇ ਕੋਲ ਟੈਂਪਰੇਚਰ ਗਿਵਨ ਆ ਉਹਨੇ ਆਪਾਂ ਨੂੰ ਡਿਫਾਈਨ ਕਰ ਦਿੱਤਾ ਕਿ ਤੁਹਾਡੇ ਕੋਲ ਜਿਹੜਾ ਸੋਰਸ ਤੇ ਸਿੰਕ ਦਾ ਟੈਂਪਰੇਚਰ ਆ, ਠੀਕ ਹੈ, ਇੱਕ ਟੈਂਪਰੇਚਰ ਆਪਣੇ ਕੋਲ ਗਿਵਨ ਆ 303 ਕੈਲਵਿਨ। ठीक है, सोर्स हमेशा हायर टेंपरेचर पे होगा, ਇਹਦਾ ਮਤਲਬ सोर्स ਦਾ टेंपरेचर 303 ਆ और सिंक ਦਾ टेंपरेचर ਆਪਣੇ ਕੋਲ ਜਿਹੜਾ क्वेश्चन ਚ ਗਿਵਨ ਆ ਉਹ 273 ਕੈਲਵਿਨ ਆ। क्या दोनों वेरिएबल क्लियर आ? Yes, sir. ਉਹਨੇ ਹੁਣ ਆਪਣੇ क्वेश्चन ਚ ਕਿਹਾ ਵਾ ਕਿ ਵੀ ਜਿਹੜੀ ਮੋਟਰ ਯੂਜ਼ ਕਰਦੇ ਪਏ ਨਾ, ਮੋਟਰ ਦੀ ਪਾਵਰ ਯਾਨੀ ਮੋਟਰ ਦੀ ਇਨਪੁਟ ਪਾਵਰ, मोटर दी इनपुट पावर 1000 वाट आ, मोटर दी एफिशिएंसी 60% आ। ਇਹਦਾ ਮਤਲਬ ਜਿਹੜੀ ਮੋਟਰ ਨੂੰ ਤੁਸੀਂ ਪਾਵਰ ਇਥੋਂ એનર્ਜੀ ਦਿੱਤੀ ਉਹ 1000 ਜੂਲ ਪਰ ਸੈਕਿੰਡ ਦਿੱਤੀ, ਪਰ ਇਹਨੇ 60% ਐਫੀਸ਼ੀਐਂਟ ਹੋਣ ਕਰਕੇ ਅੱਗੇ ਕੰਮ 'ਚ ਜਿਹੜੀ ਆਪਣੀ એનર્ਜੀ ਲਗਾਈ ਆ ਉਹ ਇਹਦਾ 60% ਆ। ਇਹਦਾ ਮਤਲਬ ਜਿਹੜੀ ਪਾਵਰ ਇਥੋਂ ਅਵੇਲੇਬਲ ਆ ਜਿਹਨੂੰ ਆਊਟਪੁੱਟ ਪਾਵਰ ਕਹੋਗੇ, ਠੀਕ ਹੈ ਜੀ, ਉਹ ਮੇਰੇ ਕੋਲ ਐਸਐਚ ਇਹਦਾ 60% ਆ। ठीक है, ਇਹਦਾ मतलब 60% ਕੱਢ ਲਵਾਂ ਤੇ 600 ਵਾਟ ਆ ਜੂ। ਬਿਨਾ ਆਪਾਂ ਕੈਲਕੂਲੇਸ਼ਨ ਤੋਂ ਸਿੱਧਾ ਲਿਖਦੇ ਪਏ, ਗੱਲ ਸਮਝ ਲੱਗਦੀ ਪਈ? Yes, sir. Yes, sir. ठीक है, तो ਇੰਨੀ ਪੁੱਤ ਮੇਰੇ ਕੋਲ ਪਾਵਰ ਵੀਡੀਓ ਕਲੀਅਰ ਦਿਖ ਰਹੀ ਆ? Yes, sir. ਚਲੋ No, sir. ਅੱਛਾ ਚਲੋ ਆਪਾਂ छोटे छोटे अक्षर। अच्छा बच्चे मैं थोड़ा बड़ा लिख देना ते दूजा ਆਪਾਂ ਆਹੀ ਇੱਕ numerical कंप्लीट कर लिए, फिर मैं 2 ਤੋਂ 3 ਲਿਖਾਣੇ ਆ, बस वो लिख लियो। ठीक है, अवेलेबल पावर अपने को 600 वाट आ। एक बारी वीडियो लेक्चर बाद चो देख लियो, जे डाउट आ ते मैंने दोबारा पूछ लियो कॉल करके, मैं एक्सप्लेन कर दांगा। अपने को अवेलेबल पावर 600 वाट आई आ और इस पावर दी हेल्प ना ਅਸੀਂ Q2 हीट ਕੱਢਣੀ ਆ ਇਹਦੇ ਵਿੱਚੋਂ, है ना, क्योंकि ਇਹਨੇ क्वेश्चन ਚ अगली लाइन ਚ ਕੀ किया, कैलकुलेट द टाइम रिक्वायर्ड बाय इट, यानी इस मोटर ਨੂੰ ਕਿੰਨਾ टाइम लगेगा टू फ्रीज 32.5 किलोग्राम ऑफ वाटर एट 0 डिग्री।
ਤੁਹਾਡਾ ਵਾਟਰ ਵੀ 0 ਡਿਗਰੀ ਤੇ ਆ ਤੇ ਜਿਹੜੀ ਆਈਸ ਬੰਨੀ ਉਹ ਵੀ ਮੇਰੀ 0 ਡਿਗਰੀ ਤੇ ਆ। ਇਹਦਾ ਮਤਲਬ ਜਿਹੜੀ ਹੀਟ એનર્ਜੀ ਇਸ ਵੇਲੇ ਇਥੋਂ ਕੱਢਣੀ ਆ ਉਹਨੇ ਸਟੇਟ ਚੇਂਜ ਕਰਾਣੀ, ਉਹ ਚ ਟੈਂਪਰੇਚਰ ਚੇਂਜ ਦਾ ਕੋਈ ਕਨਸੈਪਟ ਨਹੀਂ। ਗੱਲ ਸਮਝ ਆਈ? Yes, sir. ठीक है। और मास ऑफ वाटर अपने को गिवन है 32.5 किलोग्राम और इस प्रोसेस के अंदर 600 जूल एनर्जी पर सेकंड के हिसाब नाल लगदी पई है। और उन्हें क्या अपने को कैलकुलेट करो टाइम कितना लगेगा इस वाटर नु एज सच कितना जी जेड़ा फ्रीज होने वास्ते। लेटेंट हीट अपने क्वेश्चन च गिवन है L गिवन है 336 into 10 raised to power 3 जूल पर किलोग्राम। ठीक है जी। इस M और L ना की बन जाना Q. केड़ा Q? Sir, Q2 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 हाँ ये तो सब तो पहले तो Q2 काट के रख लिए ना कि भी जेडी हीट एनर्जी ਅਸੀਂ ਇਚੋਂ ਕੱਢਣੀ ਹੈ ਸਿੰਕ ਚੋਂ ਜਿੰਨਾ ਇਹ ਰੈਫਰੀਜਰੇਟਰ ਇਹਨੂੰ ਫ੍ਰੀਜ਼ ਕਰ ਦੇਵੇ ਵਾਟਰ ਨੂੰ ਉਹ ਮੇਰੇ ਕੋਲ ਆ ਗਿਆ 32.5 into 336 ਠੀਕ ਹੈ ਜੀ into 10 raised to power 3 ਯਾਨੀ ਇੰਨੇ ਜੂਲ ਮੇਰੀ ਹੀਟ એનર્ਜੀ ਜਿਹੜੀ ਉਹ ਇਨਵੋਲਵਡ ਹੋਈ ਆ। ਤੇ ਪੁੱਤ ਟਾਈਮ ਕੱਢਣਾ ਮੈਂ ਹੁਣ ਟਾਈਮ ਤੇ ਚੱਲਿਆ ਇਸ ਚੀਜ਼ ਨੂੰ ਵਿੱਚ ਛੱਡ ਲਿਆ ਮੈਂ टाइम की गल करा पावर अपने को अवेलेबल आ ठीक है पावर अवेलेबल आ टाइम मैं रिलेट करना एनर्जी के थ्रू लिंक कर सकते Yes, sir. ਇਹਦਾ मतलब जे आप इथे डिफाइन है करिए वी नो दैट ठीक है जी एनर्जी इक्वल टू पावर इनटू टाइम है ना। पावर ਜਿਹੜੀ ਮੇਰੇ ਕੰਮ ਚ ਆ ਰਹੀ ਹੈ ਉਹ 600 ਵਾਟ ਆ 1000 ਵਾਟ ਦਾ ਕੋਈ ਆਪਣੇ ਕੋ ਲੈਣ ਦੇਣ ਨਹੀਂ ਹੈਗਾ ठीक है। ਜਿਹੜੀ ਪਾਵਰ ਇੱਥੇ ਆਪਣੇ ਵਰਕਿੰਗ ਦੇ ਵਿੱਚ ਲੱਗਦੀ ਪਈ ਉਹ 600 ਵਾਟ ਆ ਪਾਵਰ ਗਿਵਨ ਆ ਠੀਕ ਹੈ। ਆ એનર્ਜੀ ਜਿਹੜੀ ਇਸ ਥਾਂ ਤੇ ਮੇਰੀ ਕੰਮ ਚ ਆਣੀ ਆ ਆਪਾਂ ਮੇਨ ਇਹ ਟਰਮ ਬਣਾਣੀ ਆ ਔਰ ਇਹ ਐਸਐਚ એનર્ਜੀ ਮੋਟਰ ਨੇ ਦਿੱਤੀ ਮੋਟਰ ਦੀ ਦਿੱਤੀ ਹੋਈ એનર્ਜੀ ਨੂੰ ਅਸੀਂ ਵਰਕ ਡਨ ਕਹਿੰਦੇ। Yes, sir. sir बेटे Yes, एक टर्म समझ ना लगे तो न्यूमेरिकल नहीं होना ठीक है। गल दिमाग च रखो जेडी एनर्जी इस वेले थोड़ी कम च आनी आ ਜਿਹੜੀ ਇਸ ਫਾਰਮੂਲੇ ਚ ਅਸੀਂ ਯੂਜ਼ ਕਰਨੀ ਉਹ ਮੋਟਰ ਦੀ ਸਪਲਾਈਡ એનર્ਜੀ ਆ ਤੇ ਅਸੀਂ ਮੋਟਰ ਨੇ ਜਿੰਨਾ ਕੰਮ ਕਰਨਾ ਇਹਨੂੰ ਅਸੀਂ ਡਿਫਾਈਨ ਕਰਦੇ ਇਹ ਮੋਟਰ ਦਾ ਵਰਕ ਡਨ। ਤੇ ਪੁੱਤ ਇਹਦਾ ਮਤਲਬ ਇਹ ਹੋ ਗਿਆ ਇੱਥੇ ਡਿਫਾਈਨ ਕਰਾਂ ਇੱਥੇ ਜੇ ਮੈਂ ਟਰਮ ਨੂੰ ਡਿਫਾਈਨ ਕਰਾਂ ਤੇ देयर ਵੀ ਰਾਈਟ ਕਿ એનર્ਜੀ ਦੀ ਵੈਲਿਊ ਜੇ ਮੈਂ ਇੱਥੇ ਲਿਖ ਕੇ ਚੱਲਾਂ ਤੇ એનર્ਜੀ ਮੇਰਾ ਜਿਹੜਾ ਐਸ ਸੱਚ ਕਹਿੰਦਾ ਜੀ ਵਰਕ ਡਨ ਦੇ ਬਰਾਬਰ ਆ ਤੇ ਆ ਮੇਰੀ ਟਰਮ ਵਰਕ ਬਣ ਗਈ ਪਾਵਰ ਮੇਰੀ 600 ਵਾਟ ਆ ਟਾਈਮ ਮੈਂ ਕੈਲਕੂਲੇਟ ਕਰਨਾ। ਇਹਦਾ ਮਤਲਬ ਜੇ ਮੈਂ ਫਰਦਰ ਕੰਟੀਨਿਊ ਕਰਨਾ ਮੈਨੂੰ ਇੱਕ ਟਰਮ ਚਾਹੀਦੀ ਆ ਵਰਕ ਡਨ ਕਾਦੇ ਬਰਾਬਰ ਹੁੰਦਾ ਮੋਟਰ ਦਾ ਵਰਕ ਕਿਹਦੇ ਬਰਾਬਰ ਹੁੰਦਾ ਬੇਟੇ ਉਹ ਤਾਂ ਕੋਈ ਵੀ ਨਹੀਂ ਬੋਲ ਰਿਹਾ ਮੋਟਰ ਦਾ ਵਰਕ ਕਿਹਦੇ ਬਰਾਬਰ ਆ Q1 minus Q2. ਬਿਲਕੁਲ ਆਪਾਂ ਹਜੇ ਪਿਛਲੇ ਨੂਮੈਰੀਕਲ ਚ ਗੱਲ ਕਰਕੇ ਹਟੇ ਆ ਇੱਥੇ ਆਪਾਂ ਉੱਪਰ ਇਹ ਟਰਮ ਕਰਕੇ ਆਏ ਆ ਕਿ ਵੀ ਵਰਕ ਜਿਹੜਾ ਵਾ ਉਹ Q ਜਿਹੜਾ ਮੋਟਰ ਦਾ ਵਰਕ ਆ ਨਾ ਜਿਹੜਾ ਪੁੱਤ ਮੋਟਰ ਦਾ ਵਰਕ ਆ ਉਹ ਹਮੇਸ਼ਾ Q1 Q2 ਆ। ਇਹਦਾ ਮਤਲਬ ਇੱਥੇ ਜਿਹੜਾ W ਬਣਦਾ ਪਿਆ that is the work done by the motor to extract the heat। ਇਸ ਲਈ ਵਰਕ ਦੀ ਥਾਂ ਤੇ ਜੇ ਮੈਂ ਲਿਖ ਕੇ ਚੱਲਾਂ ਤੇ ਮੇਰੀ ਟਰਮ ਬਣ ਜਾਏਗੀ Q1 Q2 equal to 600T। ਇਹਦਾ ਮਤਲਬ ਜੇ ਮੈਂ T ਕੱਢਣਾ ਵਾ ठीक है जे मैं T ਕੱਢਣਾ मेरा फार्मूला आ गया Q1 Q2 by 600 ਆ ਬਣ ਜੂ। Yes. yes sir ਤੇ ਪੁੱਤ ਇਸ ਫਾਰਮੂਲੇ ਦੇ ਆਪਣੇ ਕੋਲ ਵੇਰੀਏਬਲ ਪੂਰੇ ਕਰਕੇ ਦੇਖੋ ਕਿਹੜਾ ਹੈਗਾ Q2 ਮੇਰਾ ml ਦੇ ਨਾਲ ਨਿਕਲ ਆਇਆ ਇਹਦਾ ਮਤਲਬ Q2 ਮੇਰੇ ਕੋਲ ਹੈਗਾ ਮੈਨੂੰ ਇੱਕ ਟਰਮ ਚਾਹੀਦੀ Q1 ਹੈ ਨਹੀਂ Q1 ਕਿੱਥੋਂ ਲੈ ਕੇ ਆਵਾਂ ਉਹਦੇ ਲਈ ਕੁਐਸਚਨ ਚ ਕੀ ਇਦਾਂ ਦਾ ਗਿਵਨ ਆ ਜਿੰਨਾ Q1 ਆ ਜੇ Sir, ratio कर देंगे. ਕਿਹੜੇ ਫਾਰਮੂਲੇ ਨਾਲ Q2 upon Q1 is equal to T2 upon T1. ਬਿਲਕੁਲ ਠੀਕ ਯਾਨੀ ਆਪਣੇ ਕੋਲ ਜੇ ਆਪਾਂ ਇਹਨੂੰ ਕੰਟੀਨਿਊ ਕਰੀਏ ਜੇ ਆਪਾਂ ਇਹਨੂੰ ਕੰਟੀਨਿਊ ਕਰੀਏ ਤੇ ਆਪਣੇ ਕੋਲ ਇੱਥੇ Q1 ਦੀ ਵੈਲਿਊ ਹੈ ਨਹੀਂ ਸਿਰਫ ਤੇ Q1 ਦੀ ਥਾਂ ਤੇ Q2 ਵੀ ਹੈਗਾ T1 ਵੀ ਹੈਗਾ T2 ਵੀ ਹੈਗਾ। ਇਹਦਾ ਮਤਲਬ ਆਪਾਂ ਇੱਥੇ ਡਿਫਾਈਨ ਕਰੀਏ ਕਿ ਹੇਅਰ ਆਪਣੇ ਕੋਲ ਇੱਥੇ Q1 ਜਿਹੜਾ ਹੋਏਗਾ ਠੀਕ ਹੈ ਉਹ ਇਸ ਰੇਸ਼ੋ ਤੋਂ Q1 by Q2 equal to T1 by T2 ਤੇ therefore Q1 ਦਾ ਫਾਰਮੂਲਾ ਆਪਣੇ ਕੋਲ ਆ ਗਿਆ Q2 T1 over T2 ਤੇ ਆ ਬੱਚੇ ਵੈਲਿਊ ਐਸ ਜਿੱਥੇ ਆਪਾਂ ਲੈ ਕੇ ਸਬਸਟੀਟਿਊਟ ਕਰ ਦਈਏ ਤੇ ਆਪਣੇ ਕੋਲ ਟਾਈਮ ਦੀ ਵੈਲਿਊ ਆ ਜਾਓ ਹੋ ਜਾਏਗਾ। yes sir ਫਾਈਨਲ ਫਾਰਮੂਲਾ ਬਣਾ ਕੇ ਲਿਖ ਰਿਹਾ therefore ਜੇ ਆਪਾਂ ਇਤੋਂ ਇਹਨੂੰ ਕੰਟੀਨਿਊ ਕਰੀਏ
ਤੇ ਆਪਣੇ ਕੋਲ ਟਾਈਮ ਦਾ ਫਾਰਮੂਲਾ ਬਣ ਗਿਆ Q2 T1 by T2 minus Q2 over 600। ਆ ਫਾਰਮੂਲੇ ਦੇ ਅੰਦਰ ਤੁਸੀਂ ਸਿਰਫ ਹੁਣ ਵੇਰੀਏਬਲ ਭਰਨੇ ਆ। Q2 ਆਪਣਾ ml ਨਾਲ ਨਿਕਲਿਆ ਹੋਇਆ, T1 T2 ਆਪਣੇ ਕੁਐਸਚਨ ਚ ਗਿਵਨ ਆ, ਉਹ ਸਬਸਟੀਟਿਊਟ ਕਰ ਲਓ, ਆਪਣਾ ਟਾਈਮ ਨਿਕਲ ਆਏਗਾ। ਹੋ ਜੂ? Yes. Yes, sir. ਚਲੋ ਨੂਮੈਰੀਕਲ ਸ਼ੀਟ ਤੁਹਾਡੀ ਕੰਪਲੀਟ ਆ, ਠੀਕ ਹੈ ਜੀ, ਜਿਹੜੀ ਦਿੱਤੀ ਸੀਗੀ। ਦੋ ਨੂਮੈਰੀਕਲ ਲਿਖਾਲਣ ਲੱਗਿਆ, ਲਿਖ ਲਓ, ਇੰਪੋਰਟੈਂਟ ਆ, ਸਟੇਟਮੈਂਟ ਨੋਟ ਕਰ ਲਓ। ਰਿਕਾਰਡਿੰਗ ਆਫ ਕਰ ਰਹੇ ਹਾਂ।